हाँ जी साथियों, लाल सलाम। मैं हाँ तुहाडा अपना साथी रणजीत राणा। अज आपां अपनी वार्ता की अगली किश्त एपीसोड 26 लैके हाज़र होवांगे। पिछला एपीसोड आपां 4 अक्तूबर नूं अपलोड किया सी ते अज 15 अक्तूबर। काफ़ी वक्फा पै गया इस विच कुछ खास कारणों करके। ਤੇ ਉਸ ਦੇ ਵਿੱਚ ਆਪਾਂ ਐਂਡ ਵਿੱਚ ਇਹ ਇੱਕ ਮੈਸੇਜ ਦਿੱਤਾ ਸੀਗਾ ਕਿ ਐਮਰਜੈਂਸੀ ਦੇ ਪੀਰੀਅਡ ਨੂੰ ਕਵਰ ਕਰਨਾ ਸ਼ੁਰੂ ਕਰਾਂਗੇ, ਜਿਸ ਦੀ ਮੇਰੇ ਕੋਲ ਫਸਟ ਹੈਂਡ ਇਨਫੋਰਮੇਸ਼ਨ ਤਾਂ ਨਹੀਂ ਕਿ ਤੇ ਕੁਛ ਸੱਜਣਾ ਤੋਂ ਉਹ ਇਨਫੋਰਮੇਸ਼ਨ ਲੈ ਕੇ ਆਪਾਂ ਪ੍ਰਿਥੀਪਾਲ ਰੰਧਾਵੇ ਬਾਰੇ ਸਾਰੀ ਉਸ ਦੀ ਜਿਹੜੀ ਹੈ ਜੇਲ੍ਹ ਯਾਤਰਾ ਦੇ ਬਾਰੇ ਕੰਪੋਜ਼ ਕਰਾਂਗੇ ਅਤੇ ਸਾਰਾ ਸਾਂਝਾ ਕਰਾਂਗੇ। ਮਹਿੰਦਰਪਾਲ ਕੁੱਕੀ ਨਾਲ ਮੇਰੀ ਗੱਲ ਹੋਈ ਹੈ ਅਤੇ ਲਗਾਤਾਰ 2-3 ਦਿਨ ਹੁੰਦੀ ਰਹੀ ਹੈ, ਪਰ ਉਹਦੇ ਵਿੱਚ ਇੱਕ ਫੁੱਲ ਸਟੋਰੀ ਨਹੀਂ ਬਣਦੀ। ਕੁਛ ਟੋਟਕੇ ਜਿਹੇ, ਇੰਨੀ ਕੁ ਯਾਦ ਇੱਥੇ, ਇੰਨੀ ਕੁ ਯਾਦ ਇੱਥੇ, ਇੰਨੀ ਕੁ ਯਾਦ ਇੱਥੇ, ਅਤੇ ਉਹ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਵੀ ਹਜੇ ਉਸ 'ਤੇ ਥੋੜ੍ਹਾ ਜਿਹਾ ਹੋਰ ਵਰਕ ਕਰਨ ਦੀ ਲੋੜ ਹੈ। ਬਾਕੀ ਹੋਰ ਬਹੁਤ ਸਾਰੇ ਮਿੱਤਰਾਂ ਨਾਲ ਗੱਲ ਕਰਨ ਦੀ ਲੋੜ ਹੈ ਅਤੇ ਉਹਨਾਂ ਤੋਂ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਉਹਨੂੰ ਕਿਸੇ ਬਿਹਤਰ ਤਰਤੀਬ 'ਚ ਲਿਆ ਕੇ ਫਿਰ ਗੱਲ ਉਹਦੇ ਉੱਪਰ ਕੀਤੀ ਜਾਵੇ। ਅਤੇ ਜਿਸ ਤਰ੍ਹਾਂ ਹੁਣ ਕਿਸਾਨ ਐਜੀਟੇਸ਼ਨ ਚੱਲ ਰਹੀ ਹੈ ਅਤੇ ਬਹੁਤੇ ਸਾਥੀ ਜਿਹੜੇ ਆ ਉਹਦੇ ਵਿੱਚ ਬਿਜ਼ੀ ਆ, ਉਹਨਾਂ ਨਾਲ ਗੱਲਬਾਤ ਕਰਨੀ ਅਤੇ ਉਹਨਾਂ ਤੋਂ ਇਨਫੋਰਮੇਸ਼ਨ ਇਕੱਠੀ ਕਰਨੀ ਵੀ ਇੱਕ ਸਮੱਸਿਆ, ਕਿਉਂਕਿ ਕਮਿਊਨੀਕੇਸ਼ਨ ਇਸਟੈਬਲਿਸ਼ ਨਹੀਂ ਹੋ ਰਹੀ। ਇਸ ਕਰਕੇ ਮੈਂ ਸੋਚਿਆ ਵੀ ਇਸ ਨੂੰ ਥੋੜ੍ਹਾ ਜਿਹਾ ਪੋਸਟਪੋਨ ਕਰ ਦਿੱਤਾ ਜਾਵੇ ਅਤੇ ਇਸ ਦੀ ਬਜਾਏ ਇੱਕ ਹੋਰ ਸੈਗਮੈਂਟ ਜਿਹੜਾ ਹਜੇ ਤਾਈਂ ਅਨਕਵਰਡ ਰਿਹਾ ਉਹ ਹੈ ਕਿ ਪ੍ਰਿਥੀਪਾਲ ਰੰਧਾਵੇ ਦੀ ਸ਼ਹਾਦਤ ਤੋਂ ਮਗਰੋਂ ਕਿਹੋ ਜਿਹੀਆਂ ਡਿਵੈਲਪਮੈਂਟਸ ਹੋਈਆਂ। ਅਤੇ ਇਹ ਇੱਕ ਸਵਾਲ ਬਹੁਤ ਦੇਰ ਪਹਿਲਾਂ ਨਿਰਮਲ ਰੰਧਾਵਾ ਵੱਲੋਂ ਵੀ ਆਇਆ ਸੀ ਕਿ ਸ਼ਹਾਦਤ ਤੋਂ ਮਗਰੋਂ ਕੇਸ ਕਿਸ ਤਰ੍ਹਾਂ ਚੱਲਿਆ, ਅਤੇ ਇਸ ਤਰ੍ਹਾਂ ਦਾ ਉਹਦਾ ਸਵਾਲ ਸੀ। ਤਾਂ ਉਸ ਵੇਲੇ ਮੈਂ ਉਸ ਨੂੰ ਜਵਾਬ ਦਿੱਤਾ ਸੀ ਕਿ ਵੀ ਇਸ ਦੀ ਸੀਕੁਐਂਸ ਵੀ ਕਾਫੀ ਪਿੱਛੇ ਹੋਵੇਗੀ, ਅਤੇ ਮੇਰਾ ਖਿਆਲ ਹੈ ਵੀ ਹੁਣ ਉਹ ਟਾਈਮ ਹੈ ਉਸ ਨੂੰ ਸ਼ੇਅਰ ਕਰ ਸਕਦੇ ਹਾਂ। ਜੋ ਕੁਛ ਮੇਰੀ ਮੈਮਰੀ ਦੇ ਵਿੱਚ ਹੈ, ਮੇਰੀ ਯਾਦਾਸ਼ਤ 'ਚੋਂ ਅਤੇ ਮੇਰੇ ਆਪਣੇ ਵੈਂਟੇਜ ਪੁਆਇੰਟ ਤੋਂ ਮੈਂ ਉਸ ਬਾਰੇ ਗੱਲਾਂ ਕਰ ਸਕਦਾ, ਅਤੇ ਉਹ ਗੱਲਾਂ ਮੇਰਾ ਖਿਆਲ ਹੈ ਵੀ ਕਰਨੀਆਂ ਚਾਹੀਦੀਆਂ ਵੀ ਹੈ। ਅਤੇ ਉਹਨੂੰ ਪੋਸਟਪੋਨ ਕਰਨ ਦੀ ਵੀ ਨਹੀਂ ਲੋੜ, ਕਿਉਂਕਿ ਵੀ ਫਿਰ ਆਪਾਂ ਇਹ ਚੀਜ਼ਾਂ ਨੂੰ ਕਵਰ ਕਰਨ ਤੋਂ ਮਗਰੋਂ, ਉਸ ਦੀ ਸ਼ਹਾਦਤ ਤੋਂ ਮਗਰੋਂ ਉਸ ਦੀ ਜੋ ਐਜੀਟੇਸ਼ਨ ਚੱਲੀ ਅਤੇ ਉਸ ਤੋਂ ਬਾਅਦ ਵਿੱਚ ਜੋ ਉਸ ਦਾ ਕੇਸ ਚੱਲਿਆ, ਕੇਸ ਦਾ ਕੀ ਨਤੀਜਾ ਹੋਇਆ, ਕਿਵੇਂ ਕੇਸ ਚੱਲਿਆ, ਇਸ ਬਾਰੇ ਗੱਲ ਕਰਨ ਤੋਂ ਮਗਰੋਂ ਆਪਾਂ ਪੂਰੇ ਤੌਰ 'ਤੇ ਪ੍ਰਿਥੀ ਦੇ ਜਿਹੜੇ PSU ਦਾ ਜੀਵਨ ਹੈ ਅਤੇ ਉਸ ਦੀ ਲੀਡਰਸ਼ਿਪ ਦਾ ਜੀਵਨ ਹੈ ਉਹਦੇ ਬਾਰੇ ਗੱਲ ਕਰਦੇ ਹੋਵਾਂਗੇ। ਅਤੇ ਮੇਰਾ ਖਿਆਲ ਹੈ ਵੀ ਇਹ ਇੱਕ ਠੀਕ ਹੈ ਕਿ ਉੱਥੋਂ ਜਿਹੜੀ ਆ ਮੇਰੀ ਯਾਦਾਸ਼ਤ 'ਚੋਂ ਗੱਲਾਂ ਜਿਹੜੀਆਂ ਆਉਣੀਆਂ ਸੀ ਜਾਂ ਮੇਰੇ ਤਜਰਬੇ 'ਚੋਂ ਗੱਲਾਂ ਆਉਣੀਆਂ ਸੀ, ਉਸ ਨੂੰ ਇੱਕ ਪੂਰਾ ਉੱਥੇ ਫੁੱਲ ਸਟਾਪ ਮਿਲ ਜੂਗਾ। ਅਤੇ ਆਪਾਂ ਫਿਰ ਦੂਸਰੀ ਇਨਫੋਰਮੇਸ਼ਨ ਇਕੱਠੀ ਕਰਕੇ ਦੂਸਰੇ ਸਾਥੀਆਂ ਤੋਂ ਆਪਾਂ ਉਹੋ ਜਿਹੀ ਸਾਂਝੀ ਕਰਾਂਗੇ। ਲਿਖਤਾਂ ਨੂੰ ਪੜ੍ਹ ਕੇ ਉਹਨਾਂ 'ਚੋਂ ਕੀ ਸਾਂਝਾ ਕਰਨ ਵਾਲਾ, ਕਿਵੇਂ ਸਾਂਝਾ ਕਰਨ ਵਾਲਾ, ਇਹੀ ਚੀਜ਼ ਇਹ ਕਰਾਂਗੇ। ਉਹ ਇੱਕ ਕਾਫੀ ਵੱਡਾ ਕਾਰਜ ਹੈ ਅਤੇ ਉਸ ਨੂੰ ਮੇਰਾ ਖਿਆਲ ਹੈ ਵੀ ਇੱਕ ਪਾਸੇ ਇੱਕ ਡਿਫਰੈਂਟ ਅਪਰੋਚ ਤੋਂ ਅਸੀਂ ਗੱਲ ਕਰਦੇ ਹੋਵਾਂਗੇ, ਅਤੇ ਅਸੀਂ ਉਹਦੇ ਵਿੱਚ ਇਹ ਸਾਡੇ ਜਿਹੜੇ ਉਦਾਸ ਪਲ ਹੈ ਅਤੇ ਦੁੱਖ ਦੀਆਂ ਘੜੀਆਂ ਉਹ ਨਹੀਂ ਆਉਂਦੀਆਂ ਹੋਣਗੀਆਂ। ਸੋ ਮੇਰਾ ਖਿਆਲ ਹੈ ਵੀ ਇਹ ਇਸ ਤਰ੍ਹਾਂ ਦੀ ਸੈਗਮੈਂਟੇਸ਼ਨ ਹੈ ਜਿਹੜੀ ਉਹ ਚੰਗੀ ਵੀ ਰਹੂਗੀ। ਅਤੇ ਸੋ ਇਸ ਕਰਕੇ ਮੈਂ ਹੁਣ ਤੁਹਾਡੇ ਨਾਲ ਅੱਜ ਦੀ ਕੜੀ ਦੇ ਵਿੱਚ ਸ਼ੇਅਰ ਕਰਾਂਗਾ ਵੀ ਜਦੋਂ ਪ੍ਰਿਥੀਪਾਲ ਰੰਧਾਵੇ ਦੀ ਸ਼ਹਾਦਤ ਹੋਈ ਹੈ ਤਾਂ ਉਸ ਤੋਂ ਮਗਰੋਂ ਕਿਹੋ ਜਿਹੇ ਹਾਲਾਤ ਪੈਦਾ ਹੋਏ
ਤੇ ਕਿ PSU ਦਾ ਕੀ ਰਿਸਪੌਂਸ ਸੀ, ਪੁਲਿਸ ਦਾ ਕੀ ਰਿਸਪੌਂਸ ਸੀ, ਤੇ ਉਸ ਦੇ ਕੇਸ ਦੀ ਅੱਗੇ ਤਿਆਰੀ ਕਿਸ ਤਰ੍ਹਾਂ ਹੋਈ। ਲੇਕਿਨ ਇਸ ਨੂੰ ਮੈਂ ਦੋ ਹਿੱਸਿਆਂ ਵਿੱਚ ਵੰਡ ਰਿਹਾ, ਫਿਰ ਸਬ ਪਾਰਟਸ ਤੁਸੀਂ ਕਹਿ ਲਓ। ਇੱਕ ਤਾਂ ਇਹ ਹੈ ਕਿ ਪਹਿਲੇ ਸੈਗਮੈਂਟ ਦੇ ਵਿੱਚ ਵੀ ਉਸ ਦੀ ਸ਼ਹਾਦਤ ਤੋਂ ਮਗਰੋਂ ਪੰਜਾਬ 'ਚ ਮੂਵਮੈਂਟ ਕਿਸ ਤਰ੍ਹਾਂ ਚੱਲੀ, ਪੁਲਿਸ ਦਾ ਕਿਸ ਤਰ੍ਹਾਂ ਜ਼ੋਰ ਸੀ ਅਤੇ ਜਾਂ ਪੁਲਿਸ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਸੀ, PAU ਦੇ ਵਿੱਚ ਕਿਹੋ ਜਿਹੇ ਹਾਲਾਤ ਪੈਦਾ ਹੋਏ। ਅਤੇ ਕੋਸ਼ਿਸ਼ ਕਰਾਂਗਾ ਕਿ ਅੱਜ ਦੀ ਇਸ ਐਪੀਸੋਡ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਮੈਂ ਕਵਰ ਕਰ ਸਕਾਂ। ਅਤੇ ਅਗਲੇ ਐਪੀਸੋਡ ਦੇ ਵਿੱਚ ਆਪਾਂ ਉਸ ਦੇ ਕੇਸ ਬਾਰੇ ਗੱਲ ਸ਼ੁਰੂ ਕਰਾਂਗੇ। ਇਹ ਮੇਰਾ ਖਿਆਲ ਹੈ ਵੀ ਸਾਰੀ ਗੱਲਬਾਤ ਹੈ ਜਿਹੜੀ ਇਹ ਸ਼ਹਾਦਤ ਦੇ ਬਾਅਦ ਦੀ ਇਹ 2-3 ਕਿਸ਼ਤਾਂ ਦੇ ਵਿੱਚ ਖਤਮ ਹੋਣੀ ਚਾਹੀਦੀ ਹੈ। ਬਾਕੀ ਆਪਾਂ ਨੂੰ ਟਾਈਮ ਦੱਸੂਗਾ ਵੀ ਇਹ ਕਿਸ ਤਰ੍ਹਾਂ ਦਾ ਮਟੀਰੀਅਲ ਅਤੇ ਕਿੰਨਾ ਕੁ ਆਉਂਦਾ, ਕਿਉਂਕਿ ਅਸੀਂ ਆਪਣੀ ਕਿਸ਼ਤ ਦੀ ਇੱਕ ਲੈਂਥ ਵੀ 15 ਕੁ ਮਿੰਟ ਤੱਕ ਰੱਖ ਰਹੇ ਹਾਂ, ਪਲੱਸ ਮਾਈਨਸ 1-2 ਮਿੰਟ, ਤਾਂ ਕਿ ਇਹ ਇੱਕ ਸਿਟਿੰਗ ਦੇ ਵਿੱਚ ਹਰੇਕ ਆਦਮੀ ਦੇ ਦੇਖਣ ਦੀ ਹੋਵੇ ਜੋ ਕੁਛ ਉਸਨੂੰ ਦੇਖਣਾ ਚਾਹ ਰਿਹਾ। ਅਤੇ ਸੋ ਸਾਥੀਓ, ਆਪਾਂ ਸ਼ੁਰੂ ਕਰਦੇ ਹਾਂ ਕਿ ਜਦੋਂ 18-19 ਤਰੀਕ ਦੀ ਰਾਤ ਦੀ ਗੱਲ, ਉਸ ਦੇ ਸ਼ਹਾਦਤ ਦੀ ਗੱਲ 19 ਤਰੀਕ ਨੂੰ ਇਹ ਗੱਲ ਪਬਲਿਕ ਹੋਈ। ਅਤੇ ਉਹਨਾਂ ਦਿਨਾਂ ਦੇ ਵਿੱਚ 18-19 ਦੋਨੇ ਹੀ ਤਰੀਕਾਂ ਜਿਹੜੀਆਂ ਸੀ, ਇਹਨਾਂ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ 'ਚ ਐਡਮਿਸ਼ਨ ਚੱਲ ਰਹੀ ਸੀਗੀ ਅਤੇ ਬਾਹਰੋਂ ਬਹੁਤ ਲੋਕ ਆਏ ਹੋਏ ਸੀਗੇ, ਨਵੇਂ ਸਟੂਡੈਂਟ ਐਡਮਿਸ਼ਨ ਲਈ ਆਏ ਹੋਏ ਸੀ। ਅਤੇ ਸਮਰ ਦਾ ਟਾਈਮ ਸੀ ਅਤੇ ਕਾਫੀ ਜ਼ਿਆਦਾ ਉੱਥੇ ਯੂਨੀਵਰਸਿਟੀ ਦੇ ਵਿੱਚ ਰੌਣਕ ਮੇਲਾ ਸੀਗਾ ਐਡਮਿਸ਼ਨ ਦੇ ਪੁਆਇੰਟ ਆਫ ਵਿਊ ਤੋਂ। ਅਤੇ ਇਹ ਸੋਗੀ ਖਬਰ ਨਾਲ ਵੀ ਸਾਰਿਆਂ ਨੂੰ ਹੀ ਇਸ ਗੱਲ ਦਾ ਬਹੁਤ ਵੱਡਾ ਸਦਮਾ ਲੱਗਿਆ। ਅਤੇ ਉਸ ਦਾ ਪ੍ਰਤੀਕਰਮ ਜੋ ਦਿਨ ਦੇ ਟਾਈਮ ਮੈਂ ਦੇਖਣ ਵਿੱਚ ਆਇਆ ਕਿ ਇੱਕ ਬਹੁਤ ਅਨਈਜ਼ੀ ਕਾਮ ਸੀਗੀ, ਅਨਈਜ਼ੀਨੈਸ ਸਾਰਿਆਂ ਦੇ ਵਿੱਚ ਵੀ ਇਸ ਤੋਂ ਅੱਗੇ ਕੀ ਹੋਊਗਾ, ਕੀ ਕਰਨਾ ਚਾਹੀਦਾ, ਇਹ ਕਿਉਂ ਹੋ ਗਿਆ। ਸ਼ੌਕਿੰਗ ਸਟੇਜ ਸੀ ਸਾਰਿਆਂ ਦੀ। ਅਤੇ ਲੇਕਿਨ ਅੱਗੇ ਕੋਈ ਰਾਸਤਾ ਨਹੀਂ ਸੀ। ਲੇਕਿਨ ਜ਼ਬਤ ਦੇ ਵਿੱਚ ਸੀ। ਇਹੋ ਜਿਹੀਆਂ ਸਿਚੁਏਸ਼ਨਾਂ ਆਈਆਂ ਵੀ ਜਿਹੜੇ ਉਹ ਗੁੰਡਾਗਰੋਹ ਦੇ ਆਦਮੀ ਸਾਹਮਣੇ ਆਏ ਅਤੇ ਵੀ ਇਹਦੇ ਬਾਰੇ ਵੀ ਇਹਨਾਂ ਦੇ ਕੁਛ ਕਰੀਏ ਹੁਣੀ। ਲੇਕਿਨ PSU ਦੇ ਵਿੱਚ ਜ਼ਬਤ ਇੰਨਾ ਕੁ ਤਾਂ ਸਿੱਖਿਆ ਹੋਇਆ ਸੀਗਾ ਕਿ ਬਿਨਾਂ ਸੋਚੀ ਸਮਝੇ ਅਸੀਂ ਕੋਈ ਕਦਮ ਨਹੀਂ ਲੈਣਾ। ਸੋ ਇੱਕ ਹੋਰ ਗੱਲ ਜੋ ਮੇਰੇ ਦੇਖਣ ਵਿੱਚ ਆਈ ਉਸ ਵੇਲੇ, ਬੜੇ ਅਨਨੋਨ ਚਿਹਰੇ ਜਿੰਨੇ ਵੱਡੇ ਸ਼ੌਕ ਦੇ ਵਿੱਚ ਪਿਰਥੀ ਦੇ ਸ਼ਹਾਦਤ ਤੋਂ ਮਗਰੋਂ, ਜਾਂ ਇਹ ਕਹਾਂ ਕਿ ਵੀ ਪਿਰਥੀ ਦੇ ਕਤਲ ਤੋਂ ਮਗਰੋਂ, ਸ਼ਾਇਦ ਸ਼ਹਾਦਤ ਤਾਂ ਆਪਣਾ ਵਰਡ ਹੈ ਕਿਉਂਕਿ ਉਹਨਾਂ ਨੇ ਉਸ ਨੂੰ ਕਤਲ ਕੀਤਾ। ਅਤੇ ਉਹ ਕਿਸ ਤਰ੍ਹਾਂ ਦਾ ਉਹਨਾਂ ਦਾ ਪ੍ਰਤੀਕਰਮ ਸੀਗਾ, ਮੈਂ ਤਾਂ ਹੀ ਰੋਂਦੇ ਹੋਏ ਦੇਖੇ ਆ, ਜਿਨ੍ਹਾਂ ਨੂੰ ਕਦੇ ਮੈਂ ਦੇਖਿਆ ਵੀ ਨਹੀਂ ਸੀ ਅਤੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਸੀ। ਅਤੇ ਹਾਲਾਂਕਿ ਵੀ ਮੈਂ ਸਾਰਾ ਹਿੱਸਾ ਮੇਰਾ ਯੂਨੀਅਨ ਦੇ ਵਿੱਚ ਅਤੇ PAU ਦੇ ਵਿੱਚ ਹੀ ਰਿਹਾ ਸੀਗਾ, ਲੇਕਿਨ ਵੀ ਬਹੁਤ ਚਿਹਰੇ ਮੇਰੇ ਲਈ ਨਵੇਂ ਸੀਗੇ, ਜਿਹਦੇ 'ਚੋਂ ਮੈਨੂੰ ਇੱਕ ਯਾਦ ਆਉਂਦਾ ਕਿ ਨਿਰਮਲ ਸਿੰਘਾ, ਜਦੋਂ ਅਸੀਂ ਪਿਰਥੀ ਦੀ ਜੋ ਆਪਣੀ ਡੈਡ ਬਾਡੀ ਆ ਉਸ ਨੂੰ ਅਸੀਂ ਦਸੂਹੇ ਲੈ ਕੇ ਗਏ ਹਾਂ ਰਾਤ ਨੂੰ, ਤਾਂ ਸਾਡੇ ਨਾਲ ਇੱਕ ਨਵਾਂ ਜਿਹਾ ਸਟੂਡੈਂਟ ਫਸਟ ਈਅਰ ਜਾਂ ਸੈਕੰਡ ਈਅਰ ਦਾ ਹੋਏਗਾ, ਨਿਰਮਲ ਸਿੰਘਾ, ਉਸ ਦਾ ਚਿਹਰਾ ਮੈਨੂੰ ਅੱਜ ਵੀ ਯਾਦ ਆ ਕਿ ਉਸ ਦਾ ਕੀ ਹਾਲ ਸੀਗਾ ਟਰੱਕ ਦੇ ਵਿੱਚ ਅਤੇ ਸਾਰੇ ਸਫ਼ਰ ਦੇ ਵਿੱਚ। ਅਤੇ ਸੋ ਇਹੋ ਜਿਹਾ ਹਾਲ ਮੈਂ ਹੋਰ ਵੀ ਕਈ ਸਾਥੀਆਂ ਦਾ, ਨਵੇਂ ਸਟੂਡੈਂਟਸ ਦਾ ਦੇਖਿਆ ਜਿਨ੍ਹਾਂ ਨੂੰ ਮੈਂ ਨਹੀਂ ਸੀ ਜਾਣਦਾ। ਸੋ ਪਿਰਥੀ ਦੀ ਇਹ ਇਮੇਜ ਸੀ, ਇਹ ਰੁਤਬਾ ਸੀਗਾ ਲੋਕਾਂ ਦੇ ਵਿੱਚ ਇੱਕ ਲੀਡਰ ਦੇ ਤੌਰ 'ਤੇ ਉਸ ਨੂੰ ਐਕਸੈਪਟ ਕਰਨ ਦਾ। ਉਸ ਤੋਂ ਆਪਾਂ ਮਗਰੋਂ ਦੀ ਗੱਲ ਕਰੀਏ ਤਾਂ
ਜੋ ਪ੍ਰਿਥੀਪਾਲ ਦੇ ਭੋਗ ਵੇਲੇ ਪਲਾਨ ਸੀ ਉਹ ਇਸ ਤਰ੍ਹਾਂ ਦੀ ਪਲਾਨ ਸੀ ਕਿ ਵੀ ਦਸੂਹੇ ਜ਼ਿਆਦਾ ਇਕੱਠ ਨਾ ਕੀਤਾ ਜਾਵੇ ਅਤੇ ਪੰਜਾਬ ਵਿੱਚ ਆਪਣੇ ਆਪਣੇ ਸਟੇਸ਼ਨਾਂ 'ਤੇ ਆਪਣੇ ਆਪਣੇ ਕਾਲਜਾਂ ਯੂਨੀਵਰਸਿਟੀਆਂ ਉੱਥੇ ਪ੍ਰੋਗਰਾਮ ਕੀਤੇ ਜਾਣ। ਅਤੇ ਇਹ ਇੱਕ ਮੈਨੂੰ ਲੱਗਦਾ ਵੀ ਬਹੁਤ ਵਧੀਆ ਸੀ ਕਿ ਦਸੂਹੇ ਏਰੀਏ ਦੇ ਵਿੱਚ ਹੀ ਕਾਫੀ ਜ਼ਿਆਦਾ ਲੋਕ ਉੱਥੇ ਸੀਗੇ ਜਾਣ ਵਾਲੇ। ਅਤੇ ਦੂਸਰੀ ਗੱਲ ਹੈ ਕਿ ਜਿਸ ਦਿਨ ਪ੍ਰਿਥੀ ਦਾ ਫਿਊਨਰਲ ਸੀ ਉਸ ਦਿਨ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਕੁਝ ਸਾਥੀਆਂ ਦੇ ਸੱਟਾਂ ਲੱਗ ਗਈਆਂ ਸੀ। ਸੋ ਇਹ ਇੱਕ ਰਿਸਕ ਐਡਡ ਰਿਸਕ ਸੀਗਾ ਜਿਹੜਾ ਟਰੈਵਲਿੰਗ ਦਾ ਦੂਰ ਦੂਰ ਤੋਂ ਜਾਣ ਦਾ, ਵੀ ਉਸ ਨੂੰ ਇੱਕ ਅਵੋਇਡ ਕੀਤਾ ਜਾ ਸਕਦਾ ਸੀ। ਅਤੇ ਇਹ ਰੈਲੀਆਂ ਕਰਨੀਆਂ, ਇਸ ਦੇ ਪ੍ਰੋਟੈਸਟ ਕਰਨੇ, ਇਸ ਦੇ ਬਾਰੇ ਤਕਰੀਰਾਂ ਕਰਨੀਆਂ ਅਤੇ ਲੋਕਲ ਪ੍ਰਚਾਰ ਕਰਨਾ, ਇਹ ਇੱਕ ਜ਼ਿਆਦਾ ਮਹੱਤਵਪੂਰਨ ਸੀ ਆਪਣੀਆਂ ਥਾਵਾਂ 'ਤੇ। ਸੋ ਇਹ ਇੱਕ ਵਧੀਆ ਡਿਸੀਜ਼ਨ ਸੀਗਾ। ਅਤੇ ਇਸੇ ਤਰ੍ਹਾਂ PAU ਦੇ ਵਿੱਚ ਵੀ ਹੋਇਆ ਅਤੇ ਜਿਹਦੇ ਵਿੱਚ ਸਾਰੇ ਤਕਰੀਬਨ ਲੁਧਿਆਣੇ ਦੇ ਕਾਲਜ ਸੀਗੇ। ਅਤੇ ਇਸ ਤਰ੍ਹਾਂ ਅੱਗੇ ਚੱਲਣੀ ਐਜੂਕੇਸ਼ਨ ਜਿਹੜੀ ਹੈ ਸ਼ੁਰੂ ਹੋ ਗਈ। ਅਤੇ ਪਾਰਸ਼ਲੀ ਕੇਸ ਤਾਂ 3-4 ਦਿਨ ਦੇ ਵਿੱਚ ਕਰੈਕ ਹੋ ਗਿਆ ਸੀਗਾ। ਅਤੇ 5 ਦੇ ਕਰੀਬ ਜਾਂ 4 ਦੇ ਕਰੀਬ ਉਹਨਾਂ 'ਚੋਂ ਜਿਹੜੇ ਮੁਜਰਮ ਸੀਗੇ ਜਾਂ ਉਸ ਸਟੇਜ 'ਤੇ ਮੁਲਜ਼ਮ ਕਹੋ, ਉਹ ਅਰੈਸਟ ਹੋ ਗਏ ਸੀ। ਅਤੇ ਹਾਂ, PAU ਦੇ ਵਿੱਚ ਜੋ ਇੱਕ ਹੋਰ ਚੀਜ਼ ਦੇਖਣ ਦੇ ਵਿੱਚ ਆਈ, ਕਿਉਂਕਿ ਸਮਰ ਦਾ ਦਿਨ ਸੀ, ਛੁੱਟੀਆਂ ਦੇ ਦਿਨ ਸੀ, ਹੋਸਟਲ ਖਾਲੀ ਸੀਗੇ। ਅਤੇ 4 ਨੰਬਰ ਹੋਸਟਲ ਦਾ 216 ਨੰਬਰ ਕਮਰਾ ਇੱਕ ਡੀ ਫੈਕਟੋ ਐਕਟੀਵਿਟੀ ਦਾ ਸੈਂਟਰ ਬਣਿਆ ਹੋਇਆ ਸੀ, ਜਿਹਦੇ ਵਿੱਚ ਬਾਹਰੋਂ ਕੋਈ ਵੀ ਆਉਂਦਾ ਸੀ ਉੱਥੇ ਆਉਂਦਾ ਸੀ, ਅਤੇ ਉੱਥੋਂ ਕੋਈ ਸੁਨੇਹਾ ਲੈ ਕੇ ਜਾਣਾ ਉਹ ਵੀ ਉੱਥੇ ਆਉਂਦਾ ਸੀ। ਅਤੇ ਉਹ ਕਮਰਾ ਪੁਲਿਸ ਦੇ ਅਤੇ ਅਥਾਰਟੀਜ਼ ਦੀ ਨਜ਼ਰ ਦੇ ਵਿੱਚ ਸੀ। ਅਤੇ ਮੈਨੂੰ ਪਤਾ ਕਿ ਪੁਲਿਸ ਉਹਦੇ 'ਚ ਕਲੋਜ਼ ਵਾਚ ਰੱਖ ਰਹੀ ਸੀ ਸਾਰਿਆਂ ਦੇ ਉੱਪਰ ਹੀ। ਅਤੇ ਉਹਨਾਂ ਦੇ ਜੋ ਖੁਫੀਆ ਤੌਰ 'ਤੇ ਪੁਲਿਸਮੈਨ ਸੀਗੇ, CID ਦੇ ਬੰਦੇ, ਉਹ ਸਾਰਿਆਂ ਦੇ ਵਿੱਚ ਘੁੰਮਦੇ ਫਿਰਦੇ ਸੀਗੇ। ਅਤੇ ਉਦੋਂ 216 ਨੰਬਰ ਕਮਰੇ ਦੇ ਵਿੱਚ ਕੁਛ ਘਟਨਾਵਾਂ ਦਾ ਜ਼ਿਕਰ ਕਰਨਾ ਬਣਦਾ ਕਿ ਇੱਕ ਦਿਨ ਡਾਇਰੈਕਟਰ ਸਟੂਡੈਂਟਸ ਵੈਲਫੇਅਰ 4 ਨੰਬਰ ਹੋਸਟਲ ਦੇ ਵਿੱਚ ਆਇਆ। ਉਹਦੇ ਨਾਲ ਹੋਸਟਲ ਵਾਰਡਨ ਜਾਂ 1-2 ਹੋਰ ਵੀ ਸੀਗੇ। ਅਤੇ ਆ ਕੇ ਪਹਿਲਾਂ ਤਾਂ ਉਸਨੇ ਹੋਸਟਲ ਦੇ ਵਿੱਚ ਲੱਗੇ ਹੋਏ ਪ੍ਰਿਥੀਪਾਲ ਰੰਧਾਵਾ ਦੇ ਪੋਸਟਰ ਪਾੜਨੇ ਸ਼ੁਰੂ ਕੀਤੇ। ਪੋਸਟਰ ਪਾੜਨ ਤੋਂ ਮਗਰੋਂ, ਕਿਉਂਕਿ ਉੱਥੇ ਸਟੂਡੈਂਟ ਕੋਈ ਬਹੁਤੇ ਹੈ ਨਹੀਂ ਸੀ ਅਤੇ ਰਜਿਸਟੈਂਸ ਕੋਈ ਹੈ ਨਹੀਂ ਸੀ, ਤਾਂ ਉਹ 216 ਨੰਬਰ ਕਮਰੇ ਚਲਿਆ ਗਿਆ। ਉੱਥੇ ਕੁਛ ਪੋਸਟਰ ਪਏ ਸੀ ਅਤੇ ਉੱਥੇ ਸਟੂਡੈਂਟਸ ਵੀ ਕੁਛ ਸੀ, ਜਿਹਦੇ ਵਿੱਚ ਮੈਂ ਤਾਂ ਨਹੀਂ ਸੀ, ਲੇਕਿਨ ਮਲਵਿੰਦਰ ਮਾਲੀ ਉੱਥੇ ਸੀ ਅਤੇ ਨਾਲ ਕੁਛ ਹੋਰ ਸਾਥੀ ਸੀਗੇ। ਇਹ ਗੱਲ ਮਲਵਿੰਦਰ ਮਾਲੀ ਤੋਂ ਵੀ ਵੈਰੀਫਾਈ ਕੀਤੀ ਜਾ ਸਕਦੀ ਹੈ। ਉਹ ਉਦੋਂ ਪੰਜਾਬ ਦਾ ਜਨਰਲ ਸੈਕਟਰੀ ਬਣ ਚੁੱਕਿਆ ਸੀ। ਅਤੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਨੇ ਉੱਥੋਂ ਦੇ ਪੋਸਟਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਅੱਗੋਂ ਫਿਰ ਵੀ ਜਦੋਂ ਇਹਨਾਂ ਨੇ ਕਾਊਂਟਰ ਉਸ ਨੂੰ ਫਿਜ਼ੀਕਲੀ ਚਾਰਜ ਕਰਨਾ ਸ਼ੁਰੂ ਕੀਤਾ ਉਹਦੇ ਵੱਲ ਨੂੰ, ਤਾਂ ਉਹ ਬੈਕ ਆਫ ਹੋ ਗਿਆ। ਇਹ ਮਾਲੀ ਉਹਨਾਂ ਦੇ ਉੱਥੇ ਜਿਹੜੇ ਪ੍ਰੈਜ਼ੈਂਟ ਸੀ ਉਹਨਾਂ ਦੇ ਦੱਸਣ ਅਨੁਸਾਰ ਇਹ ਗੱਲ ਹੈ। ਅਤੇ ਉਹਦੇ 'ਚ ਉੱਥੋਂ ਚਲਿਆ ਗਿਆ ਬਾਅਦ ਵਿੱਚ। ਅਤੇ ਇੱਕ ਉੱਥੋਂ ਦਾ ਇਹ ਸੁਨੇਹਾ ਮਿਲਿਆ ਕਿ ਵੀ ਉਹਨੇ ਇਹ ਕਿਹਾ ਆਪਣੇ ਨਾਲਦਿਆਂ ਨੂੰ ਵੀ ਥੋੜ੍ਹਾ ਜਿਹਾ ਪਰਹੇਜ਼ ਨਾਲ ਆਉਣਾ ਚਾਹੀਦਾ ਸੀ। ਸੋ ਇਸ ਤਰ੍ਹਾਂ ਚੀਜ਼ਾਂ ਚੱਲਦੀਆਂ ਰਹੀਆਂ। ਇੱਕ ਹੋਰ ਘਟਨਾ ਦਾ ਮੈਂ ਜ਼ਿਕਰ ਕਰਨਾ ਚਾਹੂੰਗਾ 216 ਨੰਬਰ ਕਮਰੇ ਨਾਲ ਰਿਲੇਟਡ, ਕਿ ਅਸੀਂ ਉਸ ਦੇ ਵਿੱਚ ਖੜ੍ਹੇ ਸੀਗੇ। ਮੈਂ ਉਹਦਾ ਸਟੂਡੈਂਟ ਤਾਂ ਨਹੀਂ ਸੀ, ਲੇਕਿਨ ਮੈਂ ਇਨਵੋਲਵਡ ਸੀ ਇਹਨਾਂ ਸਾਰੀਆਂ ਤਕਰੀਬਨ ਗੱਲਾਂ ਦੇ ਵਿੱਚ। ਅਤੇ ਅਸੀਂ ਉੱਥੇ 216 ਨੰਬਰ ਕਮਰੇ 'ਚ ਮੇਰਾ ਖਿਆਲ ਹੈ ਵੀ 5-7 ਜਣੇ ਹੋਵਾਂਗੇ ਜੋ ਖੜ੍ਹੇ ਸੀਗੇ, ਕੋਈ ਗੱਲਬਾਤ ਆਪਸ ਵਿੱਚ ਕਰ ਰਹੇ ਸੀਗੇ। ਅਤੇ 2 ਉੱਥੇ ਆਏ ਮੁੰਡੇ ਤੌਰ 'ਤੇ ਕਹਿ ਲਓ,
ਤੇ ਗੈਸਟ ਅਸੀਂ ਫਲਾਣੇ ਕਰਮਚੰਦ ਨੂੰ ਮਿਲਣਾ ਤੇ ਉਹਦਾ ਕਮਰਾ ਨੰਬਰ ਕਿੱਥੇ। ਤੇ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਦਿਸਦਾ ਸੀ ਵੀ ਇਹ ਮਿਲਣ ਵਾਲੇ ਨਹੀਂ ਹੈ। ਤੇ ਖੈਰ ਸਾਡੇ ਵਾਸਤੇ ਇਹ ਸਧਾਰਨ ਗੱਲ ਸੀਗੀ। ਤਾਂ ਉਸ ਨੂੰ ਮੈਂ ਇੱਕ ਆਪਣੇ ਨਾਲ ਦੇ ਸਾਥੀ ਨੂੰ ਭੇਜਿਆ ਵੀ 200 ਕਿੰਨਾ ਨੰਬਰ ਉਹਦਾ ਕਮਰਾ ਸੀ ਉਹਦੇ ਵਿੱਚ, ਵੀ ਉਹਨਾਂ ਨੂੰ ਛੱਡਿਆ। ਉਹ ਛੱਡ ਕੇ, ਜਾਂ ਸ਼ਾਇਦ ਮੈਂ ਹੀ ਗਿਆ ਹੋਵਾਂ, ਇਹ ਮੈਨੂੰ ਹੁਣ ਪੱਕਾ ਯਾਦ ਨਹੀਂ, ਵੀ ਉਹ ਛੱਡ ਕੇ ਉੱਥੋਂ ਵਾਪਸ ਆ ਗਿਆ। ਅਤੇ ਬਾਅਦ ਵਿੱਚ ਮੈਂ ਇੱਕ ਹੋਰ ਸਾਥੀ ਨੂੰ ਭੇਜਿਆ ਕਿ ਇਹ ਜਦੋਂ ਹੁਣ ਵਾਪਸ ਜਾਂਦੇ ਆ, ਕਰਮਚੰਦ ਤਾਂ ਉੱਥੇ ਹੈ ਨਹੀਂ ਸੀ, ਛੁੱਟੀਆਂ ਸੀਗੀਆਂ, ਸਾਰਿਆਂ ਨੂੰ ਪਤਾ ਸੀਗਾ, ਅਤੇ ਵੀ ਇਹਨਾਂ ਦਾ ਪਿੱਛਾ ਕਰੋ ਵੀ ਇਹ ਆਏ ਕਿੱਥੋਂ ਨੇ ਅਤੇ ਇਹਨਾਂ ਦਾ ਮਕਸਦ ਕੀ ਸੀ। ਸੋ ਉਹ ਦੋਨੇ ਬੰਦੇ ਉੱਥੋਂ ਸਿੱਧੇ SSP ਦਫ਼ਤਰ ਦੇ ਵਿੱਚ ਗਏ ਅਤੇ ਉਹ ਸਾਰੀ ਇਨਫੋਰਮੇਸ਼ਨ ਸਾਡੇ ਕੋਲ ਆਈ। ਅਤੇ ਬਾਅਦ ਵਿੱਚ ਮੈਂ ਇਸ ਨੂੰ ਕੁਛ ਹੋਰ ਵੀ ਘੋਖਣ ਦੀ ਕੋਸ਼ਿਸ਼ ਕੀਤੀ ਅਤੇ ਮੈਨੂੰ ਇਹ ਪਤਾ ਲੱਗਿਆ ਕਿ ਇੱਕ ਬੜੀ ਉੱਥੇ ਅੰਦਰੂਨੀ ਤੌਰ 'ਤੇ ਇਹ ਖਦਸ਼ਾ ਚੱਲਿਆ ਹੋਇਆ ਸੀ ਵੀ 216 ਨੰਬਰ ਕਮਰੇ 'ਚ ਬੜੇ ਹਥਿਆਰ ਜਮ੍ਹਾਂ ਕੀਤੇ ਜਾ ਰਹੇ ਆ ਅਤੇ ਵੀ ਕੋਈ ਇੱਥੇ ਵੱਡਾ ਕੰਮ ਹੋ ਸਕਦਾ। ਅਤੇ ਸੋ ਇਹ ਉਹੋ ਜਿਹੀਆਂ ਗੱਲਾਂ ਸੀਗੀਆਂ ਜਿਨ੍ਹਾਂ ਦਾ ਸਰਕਾਰ ਜਾਂ ਪੁਲਿਸ ਕਹਿ ਲਓ ਵੀ ਉਸ ਦੇ ਬਾਰੇ ਚੌਕਸ ਸੀ ਅਤੇ ਉਹਨਾਂ ਨੇ ਸਾਡੀ ਹਰ ਇੱਕ ਮੂਵਮੈਂਟ 'ਤੇ ਨਿਗਾਹ ਰੱਖੀ ਹੋਈ ਸੀ। ਅਤੇ ਇਸੇ ਤਰ੍ਹਾਂ ਹੋਰ ਪੰਜਾਬ ਦੇ ਵਿੱਚ ਸੱਦਾ ਦਿੱਤਾ ਗਿਆ ਡਾਂਗਾਂ ਨਾਲ ਮੁਜ਼ਾਹਰੇ ਕਰਨ ਦਾ, ਜਿਹਦੇ ਵਿੱਚ ਬਠਿੰਡਾ ਅਤੇ ਲੁਧਿਆਣਾ 2 ਜਗ੍ਹਾ ਦਾ ਮੈਨੂੰ ਪਤਾ ਹੈ, ਲੇਕਿਨ ਬਾਕੀ ਜਗ੍ਹਾ ਦੇ ਬਾਰੇ ਮੇਰੇ ਕੋਈ ਯਾਦ ਦੇ ਵਿੱਚ ਵੀ ਨਹੀਂ ਅਤੇ ਰਿਪੋਰਟ ਵੀ ਮੇਰੇ ਕੋਲ ਨਹੀਂ ਹੈ ਵੀ ਕਿਸ ਤਰ੍ਹਾਂ ਹੋਇਆ। ਲੇਕਿਨ ਇਹ 2 ਜਗ੍ਹਾ 'ਤੇ ਡਾਂਗਾਂ ਨਾਲ ਮੁਜ਼ਾਹਰੇ, ਝੰਡਿਆਂ 'ਚ ਡਾਂਗਾਂ ਪਾ ਕੇ, ਅਤੇ ਉਹ ਬੜਾ ਜ਼ਬਰਦਸਤ ਮੁਜ਼ਾਹਰਾ ਕੀਤਾ ਗਿਆ। ਅਤੇ ਅੱਗੋਂ ਪੁਲਿਸ ਦੀ ਕੋਈ ਰਜਿਸਟੈਂਸ ਤਾਂ ਨਹੀਂ ਮਿਲੀ, ਲੇਕਿਨ ਇਹ ਆ ਵੀ ਉਸ ਦਿਨ ਸਰਕਾਰੀ ਤੰਤਰ ਨੂੰ ਲਲਕਾਰਿਆ ਬਹੁਤ ਬੁਰੀ ਤਰ੍ਹਾਂ। ਅਤੇ ਜਦੋਂ ਲੁਧਿਆਣੇ ਦੇ ਵਿੱਚ ਸਟੂਡੈਂਟ ਇਹ ਡਾਂਗਾਂ ਵਾਲਾ ਮੁਜ਼ਾਹਰਾ ਕਰਕੇ ਵਾਪਸ ਆਏ ਤਾਂ 1 ਨੰਬਰ ਹੋਸਟਲ 'ਚ ਹੀ ਜ਼ਿਆਦਾ ਤਕਰੀਬਨ ਉਹਨਾਂ 'ਚੋਂ ਰਹਿੰਦੇ ਸੀ। ਤਾਂ ਉੱਥੇ ਡਾਇਰੈਕਟਰ ਸਟੂਡੈਂਟਸ ਵੈਲਫੇਅਰ ਜੋ ਉਹ ਆਪਣੀ ਮੈਂ ਤਾਂ ਪ੍ਰੈਕਟੀਕਲੀ ਕਹੂੰਗਾ ਵੀ ਗੁੰਡਾਗਰਦੀ ਹੋਈ ਸੀ ਉਹਦੀ ਚੱਲਦੀ, ਜਿਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ। ਅਤੇ ਜਿੰਨਾ ਉਹ ਬੇਖੌਫ ਹੋ ਕੇ ਅਤੇ ਬੇਦਰਦ ਹੋ ਕੇ ਚੱਲ ਰਿਹਾ ਸੀਗਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਪੋਸਟਰ ਵੀ ਆਪ ਪਾੜਦਾ ਸੀਗਾ ਪ੍ਰਿਤੀਪਾਲ ਰੰਧਾਵੇ ਦੇ। ਅਤੇ 1 ਨੰਬਰ ਹੋਸਟਲ ਦੇ ਵਿੱਚ ਗੁਰਮੇਲ ਭੁੱਲਰ, ਸਤਵੰਤ ਅਤੇ ਹੋਰ ਕਾਫੀ ਸਾਥੀ ਆ ਕੇ ਉੱਥੇ ਰੁਕੇ ਅਤੇ ਉੱਥੇ 1 ਨੰਬਰ ਹੋਸਟਲ ਦੇ ਵਿੱਚ ਉਹ ਆ ਗਿਆ। ਉੱਥੇ ਫਿਰ ਉਹਨਾਂ ਨੇ, ਇਹਨਾਂ ਸਟੂਡੈਂਟਸ ਨੇ ਘੇਰ ਲਿਆ ਅਤੇ ਘੇਰ ਕੇ ਉਹਦੇ ਨਾਲ ਕੁਛ ਇਹੋ ਜਿਹੀ ਕੁੱਤੇ ਖਾਣੀ ਕੀਤੀ ਵੀ ਉਹ ਕੰਬਦਾ ਹੀ ਰਿਹਾ। ਅਤੇ ਉਹ ਉੱਥੋਂ ਫਿਰ ਉਹਦੇ ਨਾਲ ਫਿਜ਼ੀਕਲ ਐਜੂਕੇਸ਼ਨ ਦਾ ਸੁਪਰਡੈਂਟ ਸੁਰਜੀਤ ਸਿੰਘ ਵੀ ਉਹਦੇ ਨਾਲ ਸੀ ਅਤੇ ਮੋਟਰਸਾਈਕਲ 'ਤੇ ਆਏ ਸੀ ਉਹ, ਅਤੇ ਉੱਥੋਂ ਫਿਰ ਉਹ ਵਾਪਸ ਚਲੇ ਗਏ। ਉਸ ਦੀ ਮੈਨੂੰ ਰਿਪੋਰਟ ਮਿਲੀ ਵੀ ਉਸ ਦੀ ਕਾਫੀ ਜ਼ਿਆਦਾ ਦੁਰਗਤ ਹੋਈ ਹੈ ਅੱਜ। ਅਤੇ ਜਦੋਂ ਸ਼ਾਮ ਨੂੰ ਮੈਨੂੰ ਤਕਰੀਬਨ 5 ਕੁ ਵਜੇ ਦੇ ਕਰੀਬ, ਇਹ ਗੱਲ 2-3 ਕੁ ਵਜੇ ਦੀ ਆ, ਅਤੇ 5 ਕੁ ਵਜੇ ਦੇ ਕਰੀਬ ਮੈਨੂੰ ਸੁਰਜੀਤ ਸਿੰਘ ਸਟੂਡੈਂਟ ਹੋਮ ਮਿਲਿਆ। ਅਤੇ ਉਦੋਂ ਤੱਕ ਵੀ ਉਹ ਇੰਨਾ ਜ਼ਿਆਦਾ ਐਕਸਾਈਟਡ ਜਾਂ ਸ਼ੌਕ ਦੇ ਵਿੱਚ ਸੀਗਾ ਕਿ ਮੈਨੂੰ ਦੱਸਿਆ ਕਹਿੰਦਾ ਕਾਮਰੇਡ, ਪਦਮ ਸ਼੍ਰੀ ਨਾਲ ਅੱਜ ਤੱਕ ਇਹੋ ਜਿਹੀ ਨਹੀਂ ਸੀ ਹੋਈ। ਬਹੁਤ ਵੱਡਾ ਸਬਕ ਹੈ ਜੀ ਉਹ ਸਿੱਖ ਜੀ ਉਸ ਤੋਂ। ਅਤੇ ਇਹ ਅਸਰ ਤੁਸੀਂ ਸਮਝ ਸਕਦੇ ਹੋ ਵੀ PSU ਦੇ ਰਿਐਕਸ਼ਨ ਦਾ ਅਤੇ ਵਿਦਿਆਰਥੀਆਂ ਦੇ ਗੁੱਸੇ ਦਾ। ਅਤੇ ਮਗਰੋਂ ਜਦੋਂ ਮੇਰੀ ਸਤਵੰਤ ਨਾਲ ਗੱਲ ਹੋਈ ਤਾਂ ਸਤਵੰਤ ਨੇ ਵੀ ਮੈਨੂੰ ਇਹੀ ਦੱਸਿਆ, ਕਹਿੰਦਾ ਵੀ ਸਾਡੇ ਹੱਥ ਬੰਨੇ ਹੋਏ ਸੀ, ਨਹੀਂ ਹੋ ਤਾਂ ਉਸ ਦਿਨ ਬਹੁਤ ਕੁਛ ਸਕਦਾ ਸੀ। ਸੋ ਮਤਲਬ ਇਹ ਆ ਵੀ ਸਟੂਡੈਂਟਸ ਦਾ ਜ਼ਬਤ ਵਿੱਚ ਰਹਿਣ ਦਾ ਕਿੰਨਾ ਜ਼ਿਆਦਾ ਸੀ। ਅਤੇ ਇਹਦੇ ਨਾਲ ਹੀ ਇੱਕ ਹੋਰ ਜੋ ਅਥਾਰਟੀਜ਼ ਨੇ ਡਿਸੀਜ਼ਨ ਲਿਆ
ਕਿ 1 ਤੇ 2 ਨੰਬਰ ਹੋਸਟਲ ਦੇ ਵਿੱਚ ਉਹਨਾਂ ਦਿਨਾਂ 'ਚ ਤਾਰਾਂ ਲਾਉਣੀਆਂ ਸ਼ੁਰੂ ਕਰਤੀਆਂ ਉਹਨਾਂ ਦੇ ਦੁਆਲੇ, ਤਾਂ ਕਿ ਇਹਨਾਂ ਨੂੰ ਕਨਫਾਈਨ ਕੀਤਾ ਜਾ ਸਕੇ। ਅਤੇ ਜਿਸ ਤੁਸੀਂ ਇਹ ਕਹਿ ਲਓ ਵੀ ਜਿਸ ਤਰ੍ਹਾਂ ਵਾੜਾ ਬਣਾਉਣਾ ਹੁੰਦਾ ਇੱਕ ਹੋਸਟਲ ਨੂੰ ਸਟੂਡੈਂਟਸ ਦੀ ਜਗ੍ਹਾ ਨਾ ਹੋ ਰਹਿਣ ਦੇ ਲਿਹਾਜ਼ ਨਾਲ, ਤਾਂ ਕਿ ਇਹਨਾਂ ਦੀ ਐਕਟੀਵਿਟੀ 'ਤੇ ਕੰਟਰੋਲ ਕੀਤਾ ਜਾ ਸਕੇ। ਇਹਨਾਂ ਦੇ ਐਂਟਰੀ ਐਗਜ਼ਿਟ ਪੁਆਇੰਟ ਹੈ ਜਿਹੜੇ 1-2 ਬਣਾਏ ਜਾਣ, ਬਾਕੀਆਂ 'ਚੋਂ ਇਹ ਅੰਦਰ ਬਾਹਰ ਨਾ ਆ ਜਾ ਸਕਣ। ਅਤੇ ਇਹ ਸਟੇਟ ਲੈਵਲ 'ਤੇ ਵੀ ਇਹਦੀ ਪਲੈਨਿੰਗ ਹੋਊਗੀ, ਲੇਕਿਨ ਯੂਨੀਵਰਸਿਟੀ ਦੇ ਵਿੱਚ ਇਹ ਚੀਜ਼ ਉਦੋਂ ਦੇਖਣ ਦੇ ਵਿੱਚ ਆਈ। ਅਤੇ ਸਾਥੀਓ, ਇਹ ਵਾਰਤਾ ਹਜੇ ਕੰਟੀਨਿਊ ਕਰਦੀ ਆ, ਕਿਉਂਕਿ ਇਸ ਐਪੀਸੋਡ ਦੀ ਜਿਹੜੀ ਲੰਬਾਈ ਆ ਉਹ ਕੁਛ ਜ਼ਿਆਦਾ ਹੋ ਰਹੀ ਆ, ਅਤੇ ਇਸ ਕਰਕੇ ਮੈਂ ਤੁਹਾਡੇ ਕੋਲੋਂ ਇਜਾਜ਼ਤ ਮੰਗਦਾ ਕਿ ਆਪਾਂ ਇਸ ਨੂੰ ਇੱਥੇ ਸਟਾਪ ਕਰੀਏ, ਅਤੇ ਇਸ ਤੋਂ ਅਗਲੀ ਵਾਰਤਾ ਆਪਾਂ ਅਗਲੀ ਕੜੀ ਦੇ ਵਿੱਚ ਸ਼ੁਰੂ ਕਰਾਂਗੇ। ਅਤੇ ਸੋ ਸਾਥੀਓ, ਮੇਰੇ ਵੱਲੋਂ ਸਾਰਿਆਂ ਨੂੰ ਲਾਲ ਸਲਾਮ, ਅਤੇ ਫਿਰ ਮਿਲਾਂਗੇ ਆਪਾਂ 2-4 ਦਿਨਾਂ ਦੇ ਬਾਅਦ।